हाँ जी दोस्तों, स्वागत है जी थोड़े सਭ ਦਾ ही जी रेस अकैडमी ਦੇ ऑफिशियल यूट्यूब चैनल ਤੇ जी। सो दोस्तों ਅੱਜ ਦੀ ਕਲਾਸ ਵਿੱਚ ਆਪਾਂ ਗੱਲਬਾਤ ਕਰਾਂਗੇ ਜੀ 10 ਅਤੇ 11 ਮਾਰਚ ਬਾਰੇ। हाँ जी, जिन्नियां भी 2 ਦਿਨਾਂ ਦੀਆਂ ਆਪਣੀਆਂ ਕਰੰਟ ਅਫੇਅਰ ਨਿਊਜ਼ ਰਹਿੰਦੀਆਂ ਸੀ ਬਿਲਕੁਲ ਪੰਜਾਬੀ ਲੈਂਗੁਏਜ ਦੇ ਵਿੱਚ ਆਪਾਂ ਸੋ ਇਸ ਕਲਾਸ ਵਿੱਚ ਡਿਸਕਸ਼ਨ ਕਰਾਂਗੇ ਜੀ। ਨਾਲ ਜਿੰਨੇ ਵੀ ਆਪਣੇ ਸਟੈਟਿਕ ਫੈਕਟ ਬਣਨਗੇ ਨਾਲ ਆਪਾਂ ਉਹਨਾਂ ਬਾਰੇ ਵੀ ਗੱਲਬਾਤ ਕਰਾਂਗੇ ਜੀ। ਸੋ ਕਹਿਣ ਦਾ ਭਾਵ ਕਲਾਸ ਤੁਹਾਡੇ ਲਈ ਇੰਪੋਰਟੈਂਟ ਰਹਿਣ ਵਾਲੀ ਹੈ। ਸੋ ਹੁਣ ਆਉਣ ਵਾਲੇ ਐਗਜ਼ਾਮ ਨੂੰ ਧਿਆਨ ਵਿੱਚ ਰੱਖਦੇ ਹੋਏ ਇਸ ਕਲਾਸ ਨੂੰ ਜ਼ਰੂਰ ਦੇਖਿਆ ਕਰੋ ਤੁਸੀਂ। ਸੋ ਬਿਨਾਂ ਕਿਸੇ ਦੇਰੀ ਤੋਂ ਜੀ ਅੱਜ ਦੀ ਕਲਾਸ ਆਪਾਂ ਸ਼ੁਰੂ ਕਰ ਦਿਆਂਗੇ। ਬਾਕੀ ਅੱਜ ਦੀ ਕਲਾਸ ਵਿੱਚ ਆਪਾਂ ਨੇ ਬੈਕਗਰਾਊਂਡ ਵੀ ਜਿਹੜਾ ਵਾਈਟ ਰੱਖਿਆ ਗਾ, ਤੁਸੀਂ ਦੱਸ ਸਕਦੇ ਹੋਗੇ ਪਹਿਲਾ ਵਾਲਾ ਵਧੀਆ ਸੀ ਜਾਂ ਫਿਰ ਇਹ ਵਾਲਾ ਸਹੀ ਹੈਗਾ, ਠੀਕ ਹੈ ਨਾ। ਸੋ ਚਲੋ ਕੁਐਸਚਨ ਬਾਰੇ ਗੱਲ ਕਰ ਦਿਆਂਗੇ। ਕੁਐਸਚਨ ਆਪਣਾ ਜੀ, ਤਰਵਿੰਦਰ ਸਿੰਘ ਰਾਵਤ ਰਿਜ਼ਾਈਨਡ ਹੀ ਵਾਜ਼ CM ਆਫ ਵਿਚ ਸਟੇਟ। ਤਰਵਿੰਦਰ ਸਿੰਘ ਰਾਵਤ ਨੇ ਜੀ ਆਪਣਾ ਅਸਤੀਫਾ ਦੇ ਦਿੱਤਾ ਗਾ ਅਤੇ ਉਹ ਹੁਣ ਕਿਸ ਰਾਜ ਦੇ ਮੁੱਖ ਮੰਤਰੀ ਸਨ ਆਪਣੇ ਦੱਸਣਾ ਗਾ। ਕੁਐਸਚਨ ਇੰਪੋਰਟੈਂਟ ਹੈ ਜੀ ਬੜਾ, ਔਰ ਲਗਭਗ ਤੁਹਾਨੂੰ ਪਤਾ ਹੀ ਹੋਏਗਾ ਕਿਉਂਕਿ ਬਹੁਤ ਵਾਰੀ ਆਪਾਂ ਨੇ ਡਿਸਕਸ਼ਨ ਵੀ ਕੀਤੀ ਹੈ। ਤਰਵਿੰਦਰ ਸਿੰਘ ਰਾਵਤ ਸੀ ਉੱਤਰਾਖੰਡ ਸਟੇਟ ਦੇ ਚੀਫ ਮਿਨਿਸਟਰ। ਸੋ ਇਹਨਾਂ ਨੇ ਸਰਕਾਰ ਦੇ ਲਗਭਗ ਹਜੇ 4 ਸਾਲ ਹੀ ਪੂਰੇ ਹੋਏ ਸੀ, 4 'ਚੋਂ ਵੀ ਹਜੇ 9 ਦਿਨ ਘੱਟ ਸੀਗੇ। ਸੋ ਇਹਨਾਂ ਨੇ ਕੀ ਹੈ ਪਹਿਲੀ ਅਸਤੀਫਾ ਦੇ ਦਿੱਤਾ ਗਾ। ਸੋ ਤੁਹਾਨੂੰ ਯਾਦ ਰੱਖਣਾ ਜੀ ਤਰਵਿੰਦਰ ਸਿੰਘ ਰਾਵਤ ਕਿਹੜੀ ਸਟੇਟ ਦੇ ਮੁੱਖ ਮੰਤਰੀ ਹੈਗੇ ਸੀਗੇ। ਸੋ ਉੱਤਰਾਖੰਡ ਦੇ ਸੀਗੇ। ਔਰ ਗੱਲ ਕਰੀਏ ਦੇਖੋ ਹੁਣ ਨਵੇਂ ਉੱਥੇ ਜਿਹੜੇ CM ਉਹ ਕੌਣ ਬਣ ਚੁੱਕੇ ਨੇਗੇ, ਤਾਂ ਨਵੇਂ ਦਾ ਨਾਮ ਇੰਪੋਰਟੈਂਟ ਰਹਿਣ ਵਾਲਾ ਆਪਣਾ, ਔਰ ਉਹਨਾਂ ਦਾ ਨਾਮ ਹੈਗਾ ਜੀ ਤੀਰਥ ਸਿੰਘ ਰਾਵਤ, ਠੀਕ ਹੈ ਨਾ। ਤਾਂ ਤੀਰਥ ਸਿੰਘ ਰਾਵਤ ਬਣੇ ਨੇ ਹੁਣ, ਪਹਿਲਾਂ ਸੀ ਤਰਵਿੰਦਰ ਸਿੰਘ ਰਾਵਤ, ਠੀਕ ਹੈ ਨਾ। ਸੋ ਇਹਨਾਂ ਬਾਰੇ ਜ਼ਰੂਰ ਧਿਆਨ ਵਿੱਚ ਰੱਖਣਾ ਪਏਗਾ ਔਰ ਪੂਰੇ ਚਾਂਸ ਨੇ ਵੀ ਇਹ ਕੁਐਸਚਨ ਤੁਹਾਨੂੰ ਪੱਕਾ ਦੇਖਣ ਨੂੰ ਮਿਲੇਗਾ, ਠੀਕ ਹੈ ਨਾ। ਤਾਂ ਤਰਵਿੰਦਰ ਸਿੰਘ ਰਾਵਤ ਦਾ ਨਾਮ ਧਿਆਨ ਵਿੱਚ ਰੱਖਿਓ। ਬਾਕੀ ਦੇਖੋ ਗੱਲ ਉੱਤਰਾਖੰਡ ਦੀ ਵੀ ਆਈ ਹੈ ਤਾਂ ਉੱਤਰਾਖੰਡ ਬਾਰੇ ਵੀ ਦੇਖ ਲੈਂਦੇ ਆਂਗੇ। CM ਦੀ ਗੱਲ ਆਈ, ਚਲੋ ਪਹਿਲਾਂ CM ਨਾਲ ਰਿਲੇਟਡ ਤੁਹਾਨੂੰ ਇੱਕ ਫੈਕਟ ਦੱਸਦਾ। ਹਾਲ ਹੀ ਦੇ ਵਿੱਚ ਉੱਤਰਾਖੰਡ ਦੀ ਇੱਕ ਦਿਨ ਵਾਸਤੇ ਇੱਕ ਬੱਚੀ CM ਬਣੀ ਸੀਗੀ ਔਰ ਉਹਦਾ ਨਾਮ ਜ਼ਰੂਰ ਤੁਹਾਨੂੰ ਧਿਆਨ ਵਿੱਚ ਰੱਖਣਾ ਪਏਗਾ ਜੀ, ਸ੍ਰਿਸ਼ਟੀ ਗੋਸਵਾਮੀ ਉਹਦਾ ਨਾਮ ਸੀਗਾ। ਸੋ ਸ੍ਰਿਸ਼ਟੀ ਗੋਸਵਾਮੀ ਦਾ ਨਾਮ ਵੀ ਜ਼ਰੂਰ ਧਿਆਨ ਵਿੱਚ ਰੱਖਿਓ। ਬਾਕੀ ਇਸ ਤੋਂ ਇਲਾਵਾ ਉੱਤਰਾਖੰਡ ਦੀ ਕੈਪੀਟਲ ਦੀ ਗੱਲ ਕਰੀਏ ਤਾਂ 2 ਨੇ ਜੀ। ਵਿੰਟਰ ਕੈਪੀਟਲ ਦੀ ਗੱਲ ਕਰੀਏ ਤਾਂ ਦੇਹਰਾਦੂਨ ਹੈ ਔਰ ਸਮਰ ਕੈਪੀਟਲ ਦੀ ਮੈਂ ਗੱਲ ਕਰਾਂ ਤਾਂ ਗੇਰਸੇਨ। ਤਾਂ ਇਹਨਾਂ ਬਾਰੇ ਯਾਦ ਰੱਖਣਾ। ਬਾਕੀ ਇੱਥੇ ਗਵਰਨਰ ਹੈਗੀ ਹੈ ਜੀ ਬੇਬੀ ਰਾਣੀ ਮੌਰੀਆ ਔਰ ਇੱਥੋਂ ਦੇ ਚੀਫ ਜਸਟਿਸ ਨਵੇਂ ਬਣੇ ਸੀ ਰਾਘਵਿੰਦਰ ਸਿੰਘ ਚੌਹਾਨ ਸੀ ਇਹਨਾਂ ਦਾ ਨਾਮ। ਤਾਂ ਇਹਨਾਂ ਬਾਰੇ ਵੀ ਜ਼ਰੂਰ ਧਿਆਨ ਵਿੱਚ ਰੱਖਿਓ। ਬਾਕੀ ਦੇਖੋ ਉੱਤਰਾਖੰਡ ਬਾਰੇ ਕੁਝ ਇੰਪੋਰਟੈਂਟ ਫੈਕਟ ਬਾਰੇ ਗੱਲਬਾਤ ਕਰੀਏ ਤਾਂ ਯਾਦ ਰੱਖ ਸਕਦੇ ਹੋ ਆਪਣੇ ਦੇਸ਼ ਦਾ ਪਹਿਲਾ ਮੌਸ ਗਾਰਡਨ ਹੁਣ ਉੱਤਰਾਖੰਡ ਵਿੱਚ ਹੀ ਖੋਲ੍ਹਿਆ ਜਾ ਰਿਹਾ, ਉੱਤਰਾਖੰਡ ਦੇ ਨੈਨੀਤਾਲ ਜ਼ਿਲ੍ਹੇ ਦੇ ਵਿੱਚ। ਬਾਕੀ ਉੱਤਰਾਖੰਡ ਸਰਕਾਰ ਬਾਰੇ ਯਾਦ ਰੱਖ ਸਕਦੇ ਹੋ ਜੀ ਇਹਨਾਂ ਨੇ ਰੀਸੈਂਟਲੀ ਇੱਕ ਮੁੱਖ ਮੰਤਰੀ ਸਵੈ ਰੁਜ਼ਗਾਰ ਯੋਜਨਾ ਨੂੰ ਸ਼ੁਰੂ ਕੀਤਾ ਸੀ ਔਰ ਇਸ ਤੋਂ ਇਲਾਵਾ ਇੱਕ ਪੋਰਟਲ ਸੀਗਾ, ਉਹਦਾ ਪੋਰਟਲ ਦਾ ਨਾਮ ਸੀ ਹੋਪ, ਠੀਕ ਹੈ ਨਾ। ਕਈ ਵਾਰੀ ਆ ਸਕਦਾ ਤੁਹਾਨੂੰ, ਤਾਂ ਹੋਪ ਪੋਰਟਲ ਉੱਤਰਾਖੰਡ ਸਟੇਟ ਦਾ ਸੀਗਾ। ਬਾਕੀ ਇਸ ਤੋਂ ਇਲਾਵਾ ਹਾਲ ਹੀ ਦੇ ਵਿੱਚ ਇੱਕ ਉੱਤਰਾਖੰਡ ਸਰਕਾਰ ਨੇ ਜੀ ਸਨੋ ਲੈਪਰਡ ਕੰਜ਼ਰਵੇਸ਼ਨ ਸੈਂਟਰ ਵੀ ਖੋਲ੍ਹਿਆ ਸੀ ਆਪਣੀ ਸਟੇਟ ਵਿੱਚ, ਇਹ ਯਾਦ ਰੱਖਣਾ। ਔਰ ਤੁਹਾਨੂੰ ਪਤਾ ਹੋਏਗਾ ਆਪਣੇ ਦੇਸ਼ ਦਾ ਪਹਿਲਾ ਨੈਸ਼ਨਲ ਪਾਰਕ ਕਿਹੜਾ ਸੀ ਆਪਣਾ, ਜਿਮ ਕਾਰਬੇਟ ਨੈਸ਼ਨਲ ਪਾਰਕ ਤੁਹਾਨੂੰ ਉੱਤਰਾਖੰਡ ਵਿੱਚ ਮਿਲ ਜਾਏਗਾ। ਔਰ ਇੱਥੇ ਇੱਕ ਡੈਮ ਵੀ ਬੜਾ ਫੇਮਸ ਹੈਗਾ, ਟੈਰੀ ਡੈਮ ਹੈਗਾ, ਠੀਕ ਹੈ ਨਾ, ਯਾਦ ਰੱਖਣਾ ਉੱਤਰਾਖੰਡ ਵਿੱਚ ਆ। ਔਰ ਇਹ ਟੈਰੀ ਡੈਮ ਬਣਿਆ ਹੋਇਆ ਭਾਗੀਰਥੀ ਰਿਵਰ 'ਤੇ। ਤਾਂ ਇਹ ਫੈਕਟ ਤੁਸੀਂ ਯਾਦ ਰੱਖ ਸਕਦੇ ਹੋਗੇ। ਬਾਕੀ ਦੇਖੋ ਹੋਰ ਕੀ ਯਾਦ ਰੱਖ ਸਕਦੇ ਹੋ, ਹਾਲ ਹੀ ਵਿੱਚ ਦੇਖੋ ਆਪਾਂ ਨੇ ਇੱਕ ਨਿਊਜ਼ ਵੀ ਪੜ੍ਹੀ ਸੀਗੀ, ਤੁਹਾਡੇ ਯਾਦ ਹੋਏਗਾ ਉੱਤਰਾਖੰਡ ਦਾ ਜਿਹੜਾ ਰਿਸ਼ੀਕੇਸ਼ ਸ਼ਹਿਰ ਹੈਗਾ ਉੱਥੇ ਹੁਣ ਇੰਟਰਨੈਸ਼ਨਲ ਯੋਗਾ ਫੈਸਟੀਵਲ ਜਿਹੜਾ ਉਹ ਹੁਣ ਮਨਾਇਆ ਗਿਆ ਸੀਗਾ, ਠੀਕ ਹੈ ਨਾ, ਇਹ ਯਾਦ ਰੱਖਣਾ। ਔਰ ਨਾਲ ਦੀ ਨਾਲ ਇੱਕ ਫੈਕਟ ਤੁਹਾਨੂੰ ਹੋਰ ਦੱਸਦਾ ਇੰਪੋਰਟੈਂਟ, ਉੱਤਰਾਖੰਡ ਸਟੇਟ ਆਪਣੇ ਭਾਰਤ ਦਾ ਪਹਿਲਾ ਅਜਿਹਾ ਸਟੇਟ ਬਣਿਆ ਗਾ ਜਿਸ ਨੇ ਕਿ ਮਹਿਲਾਵਾਂ ਨੂੰ ਆਪਣੇ ਪਤੀ ਦੀ ਸੰਪत्ति ਵਿੱਚ ਕੀ ਬਰਾਬਰ ਦਾ ਅਧਿਕਾਰ ਦੇਣ ਵਾਲਾ ਕਿ ਇੱਕ ਪਹਿਲਾ ਸਟੇਟ ਬਣਿਆ ਗਾ ਉੱਤਰਾਖੰਡ, ਠੀਕ ਹੈ ਨਾ। ਤਾਂ ਇਹ ਕੁਐਸਚਨ ਵੀ ਯਾਦ ਰੱਖਣਾ, ਇਹ ਵੀ ਇੰਪੋਰਟੈਂਟ ਆਪਣੇ ਲਈ। ਬਾਕੀ ਇੰਨੇ ਫੈਕਟ ਤੁਸੀਂ ਉੱਤਰਾਖੰਡ ਨਾਲ ਰਿਲੇਟਡ ਯਾਦ ਰੱਖਿਓ ਜੀ, ਬਹੁਤ ਨੇਗੇ। ਸੋ ਗੱਲ ਕਰਦੇ ਹਾਂ ਆਪਾਂ ਨੈਕਸਟ ਕੁਐਸਚਨ ਬਾਰੇ। ਹੂ ਵੌਨ ਦੀ ICC ਮੈਨਸ ਪਲੇਅਰ ਆਫ ਦੀ ਮੰਥ ਅਵਾਰਡ ਫॉर ਫੈਬਰਰੀ ਮੰਥ। ਦੇਖੋ ਜੀ ਕਹਿੰਦੇ ਕਿਸ ਨੇ ਫਰਵਰੀ ਮਹੀਨੇ ਦੇ ICC ਪੁਰਸ਼ ਪਲੇਅਰ ਆਫ ਦੀ ਈਅਰ ਮਹੀਨਾ ਜਿਹੜਾ ਪੁਰਸਕਾਰ ਜਿੱਤਿਆ ਗਾ, ਜਾਣੀ ਕਿ ਸਿੱਧਾ ਜਿਹਾ ICC ਮੈਨਸ ਪਲੇਅਰ ਆਫ ਦੀ ਮੰਥ ਅਵਾਰਡ, ਠੀਕ ਹੈ ਨਾ। ਦੇਖੋ ਆਪਾਂ ਨੂੰ ਹਾਲ ਹੀ ਵਿੱਚ ਪਤਾ ਵੀ ICC ਨੇ ਇੱਕ ਨਵਾਂ ਅਵਾਰਡ ਜਿਹੜਾ ਸ਼ੁਰੂ ਕੀਤਾ ਗਾ, ਕੁਛ ਨਹੀਂ ਹੈਗਾ ਇਹਦੇ ਵਿੱਚ, ਬਸ ਇਹੀ ਹੈਗਾ ਵੀ ਹਰ ਮਹੀਨੇ ਜਿਹੜੇ ਬੈਸਟ ਪਲੇਅਰ ਹੋਇਆ ਕਰਨਗੇ ਉਹਨਾਂ ਨੂੰ ਅਵਾਰਡ ਦਿਆ ਕਰਨਗੇ। ਇਸੇ ਤਰੀਕੇ ਨਾਲ ਹੁਣ ਫਰਵਰੀ ਮਹੀਨੇ ਦਾ ਇਹ ਸੈਕਿੰਡ ਇਹਨਾਂ ਦਾ ਅਵਾਰਡ ਹੈਗਾ। ਔਰ ਅਗਰ ਆਪਾਂ ਇਸ ਵਾਰ ਦੀ ਗੱਲ ਕਰੀਏ ਕੁਐਸਚਨ ਵਿੱਚ ਪੁੱਛਿਆ ਆਪਾਂ ਨੂੰ ਮੈਨਸ ਪਲੇਅਰ ਲਈ, ਤਾਂ ਮੈਨਸ ਪਲੇਅਰ ਲਈ ਮਿਲਿਆ ਜੀ ਰਵੀ ਚੰਦਰਨ ਅਸ਼ਵਿਨ ਨੂੰ, ਠੀਕ ਹੈ ਨਾ। ਔਰ ਅਸ਼ਵਿਨ ਨੂੰ ਮਿਲਿਆ ਇਸ ਵਾਰ ਦਾ ਮੈਨਸ ਪਲੇਅਰ ਆਫ ਦੀ ਮੰਥ ਅਵਾਰਡ ICC ਦਾ। ਇੱਥੇ ਅਗਰ ਮੈਂ ਗੱਲ ਕਰਾਂ ਫੀਮੇਲ ਦੇ ਵਿੱਚ ਕਿਸ ਨੂੰ ਮਿਲਿਆ ਤਾਂ ਫੀਮੇਲ ਵਿੱਚ ਮਿਲਿਆ ਜੀ ਟੈਮੀ ਬੈਮੰਟ ਨੂੰ। ਅਗਰ ਆਪਾਂ ਇਹਨਾਂ ਦੀ ਗੱਲ ਕਰੀਏ ਤਾਂ ਇੰਗਲੈਂਡ ਤੋਂ ਪਲੇਅਰ ਹੈਗੀ ਹੈ ਜੀ ਕ੍ਰਿਕਟ ਦੀ, ਠੀਕ ਹੈ ਨਾ, ਯਾਦ ਰੱਖ ਸਕਦੇ ਹੋ। ਇਹ ਤਾਂ ਸੀ ਦੇਖੋ ਦੋਨੇ ਨਾਮ ਜਿਨ੍ਹਾਂ ਨੂੰ ਹੁਣ ਮਿਲਿਆ ਫਰਵਰੀ ਦੇ ਵਿੱਚ।
बाकी अगर आप गल करिए भी जनवरी मंथ का किस नूं मिलेगा, देखो फरवरी तो ये हो गए और जनवरी का पहली बार मिला सी और मैनस कैटेगरी में मिला सी जी रिषभ पंत नूं और फीमेल में मिला सी जी साउथ अफ्रीका की शबनम इस्माइल नूं, ठीक है ना। तो इन्हां दे नाम भी याद रखियो क्योंकि ये पहले हुए सी जिन्हां नूं ये जिहड़ा अवार्ड दिता गया सीगा, ठीक है जी। बाकी देखो ये अवार्ड हुण दिता गया ICC वालों, तो ICC बारे याद रख सकते हो, स्थापना हुई सी जी सन 1909 नूं और इहदा हैडकुआटर हैगा जी दुबई शहर दे विच, जानी कि UAE कंट्री विच, यूनाइटेड अरब इमरात विच। बाकी ICC नाल रिलेटेड एक क्वेश्चन याद रखना, हाल ही विच एक फॉरेस्ट गार्ड दा एग्जाम होए सी दिल्ली दे और उहदे विच क्वेश्चन पूछा गया सीगा जी ICC दे जिहड़े नवे चेयरमैन कौन बने ने, तो याद रखना ग्रैग बार्कले बने ने, ठीक है ना, याद रखना। और इत्थों के CEO कौन ने, CEO हैगे ने जी मन्नू सानी, ठीक है ना, तो इन्हां बारे याद रखना। बाकी देखो ICC बारे अपने एक प्रीवियस क्लास में ना एक क्वेश्चन पढ़िया सी, अगर थोड़े याद होवे, ICC वालों हुण टैसट मैचिज की, वनडे और T20 मैचिज की एक ना रैंकिंग जारी की गई है। और अगर आप इस रैंकिंग की गल करिए, सब तो पहले गल करिए टैसट मैचिज के विच, तो अपना भारत पहले नंबर ते टॉप ते। और इस तो इलावा गल करा वनडे मैचिज ने जिहड़े उहदे विच अपने भारत की रैंक हैगी है सैकेंड, और इस तरीके नाल जिहड़े T20 मैच हैगे ने उहदे विच अपने भारत की रैंकिंग हैगी है थर्ड। तो ये रैंकिंग जरूर याद रखनी है तुमने, ठीक है ना। तो इन्ने फैक्ट इस क्वेश्चन नाल रिलेटेड याद रख लियो जी। सो गल करते हैं आपां नैक्सट क्वेश्चन बारे। हू लॉन्च्ड वुमेन बिल वैब प्लेटफॉर्म, देखो जी कहते किसी ने वुमेन बेल वैब प्लेटफॉर्म नूं लॉन्च किया गा, देखो जी एक ऑनलाइन प्लेटफॉर्म आ और इसनूं लॉन्च किया जी हुण गूगल के द्वारा, ठीक है ना। तो इस उन्हें याद रखना, देखो जी गूगल ने हुण 8 मार्च नूं ही क्यों, क्योंकि आपां नूं पता है जी 8 मार्च नूं हर साल अंतरराष्ट्रीय महिला दिवस मनाया जाता गा और इस मौके औरतों के लिए एक प्लेटफॉर्म को लॉन्च किया जिसका नाम है वुमेन बिल, ठीक है ना। मकसद इसका यह है भी दुनिया के विच लगभग 1 मिलियन यानी कि 10 लाख औरतों के विकास लिए काम करेगी हुण गूगल, और औरतों के आने वाले भविख लिए वधिया तरक्की वास्ते, ठीक है ना, इस प्लेटफॉर्म के जरिए उन्होंने वास्ते काम किए जाएंगे, सिंपल जी गल, ठीक है ना। तो सीधा तुमने प्लेटफॉर्म का नाम याद रखना जी। और लॉन्च किसने किया, लॉन्च किया इसनूं गूगल ने, कदों लॉन्च किया 8 मार्च नूं, 8 मार्च नूं सी अंतरराष्ट्रीय महिला दिवस, ठीक है ना। अच्छा महिला के नाल रिलेटेड तुहानूं मैं 1-2 डे होर दस देना, कई बार तुहानूं आ सकते हैं। 8 मार्च नूं सी अंतरराष्ट्रीय महिला दिवस। गल करिए अपने देश में नैशनल पद्धर ते महिला दिवस कदों मनाया जाता भला, 13 फरवरी नूं मनाया जाता हर साल। और इस तरीके नाल एक डे तुहानूं मैं होर दस दांगा, अपनी दुनिया के विच अंतरराष्ट्रीय पद्धर ते जिहड़ियां अपनियां पिंडां दे विच औरतां रहिंदियां उन्हां वास्ते भी एक डे हैगा अंतरराष्ट्रीय पेंडू औरत दिवस, ठीक है, कह सकते हो, या फिर ग्रामीण महिला दिवस तुसीं कह सकते हो अंतरराष्ट्रीय पद्धर ते, जो कि हर साल जी 15 अक्तूबर नूं मनाया जाता गा। तो ये औरतों नाल रिलेटेड कुछ डे सी याद रख सकते तुसीं। बाकी देखो हुण तो 8 मार्च नूं सीगा, 8 मार्च वाले डे का थीम याद रखना तुमने, वूमेन इन लीडरशिप अचीविंग एन इक्वल फ्यूचर COVID-19 वर्ल्ड, ठीक है ना। तो ये तुसीं इहदा थीम याद जरूर रखना गा। बाकी देखो जी गल गूगल की आई है, तो गूगल बारे भी कुछ फैक्ट डिस्कशन कर लैंदे आगे इंपोर्टेंट। सब तो पहला स्थापना याद रखियो जी, गूगल की स्थापना कदों हुई सी, तो याद रखना जी गूगल की स्थापना हुई सी सन 1998, ठीक है ना। संस्थापक कौन सी, स्थापना किसने की सी, तो 2 जणिਆਂ ने की सी जी, एक तो सी सर्जी ब्रिन और दूजे सी जी अपने लैरी पेज, ठीक है ना, इन्हां बारे याद रखना। और इहदा एट प्रैजेंट मुख्य दफ्तर हैडकुआटर कित्थे है जी, कैलीफोर्निया USA दे विच इहदा मुख्य दफ्तर है। और अगर आप गल करिए देखो गूगल की ना कई बार तुहानूं पेरेंट कंपनी पुछ लैंदे हुंदे ने किहड़ी हैगी, तो गूगल की पेरेंट कंपनी हैगी अल्फाबैट, ठीक है ना, अल्फाबैट का नाम याद रख सकते हो। बाकी देखो जी गूगल के CEO कौन ने, सुंदर पिचाई साहब ने, जबकि गल कर अल्फाबैट कंपनी जी कि इहदी पेरेंट कंपनी है, ये CEO भी सुंदर पिचाई ने और गूगल के भी, ठीक है ना। हाल ही दे विच भारत दे विच गूगल क्लाउड के नवे MD बने सी, मैनेजिंग डायरैक्टर बने सी, उन्हां दा नाम सी विक्रम बेदी, ठीक है ना, विक्रम बेदी का नाम याद रखना। सो गल करते हैं जी नैक्सट क्वेश्चन बारे। सो दोस्तों अगले क्वेश्चन तो पहला एक बारी क्लास नूं जरूर लाइक कर दिओ जी, लाइक वाला बटन जरूर प्रेस कर दो और क्लास नूं शेयर जरूर कर दिया करो सारे, ठीक है ना। अपने किसी चाहे एक स्टडी ग्रुप में इस क्लास का लिंक शेयर करो तो शेयर जरूर करो, ठीक है ना, ताकि जिन्ने भी स्टूडेंट अपने कॉम्पीटेटिव एग्जाम की तैयारी कर रहे हैं सो उन्होंने लिए ये वीडियो जी बड़ी हैल्पफुल होएगी, तो उन्होंने तक किसी नूं जरूर शेयर करा करो, ठीक है ना। सो बाकी क्वेश्चन बारे गल करते हैं जी, कहते वेयर वाज द इंडियाज़ फर्स्ट फॉरेस्ट मैडिसन सेंटर इनोग्रेटेड,
ਕਹਿੰਦੇ ਜੀ ਕਿੱਥੇ ਭਾਰਤ ਦੇ ਪਹਿਲੇ ਜੰਗਲਾਤ ਦਵਾਈ ਕੇਂਦਰ ਦਾ ਉਦਘਾਟਨ ਕੀਤਾ ਗਿਆ ਹੁਣ। ਦੇਖੋ ਜੀ, ਇਸ ਤਰੀਕੇ ਦਾ ਭਾਰਤ ਵਿੱਚ ਪਹਿਲਾ ਅਜਿਹਾ ਇੱਕ ਸੈਂਟਰ ਬਣਾਇਆ ਗਿਆ ਗਾ, ਔਰ ਇਹ ਬਣਾਇਆ ਗਿਆ ਜੀ ਉੱਤਰਾਖੰਡ ਸਟੇਟ ਵਿੱਚ, ਠੀਕ ਹੈ ਨਾ। ਸੋ ਉੱਤਰਾਖੰਡ ਵਿੱਚ ਹੁਣ ਬਣਿਆ ਭਾਰਤ ਦਾ ਪਹਿਲਾ ਫੋਰੈਸਟ ਮੈਡੀਸਨ ਸੈਂਟਰ। ਉੱਤਰਾਖੰਡ ਦਾ ਵੀ ਇੱਕ ਕਾਲੀਕਾ ਨਾਂ ਦਾ ਇਲਾਕਾ ਗਾ, ਸੋ ਕਾਲੀਕੇ ਨਾਂ ਦੇ ਇਲਾਕੇ ਦੇ ਵਿੱਚ ਇਸ ਸੈਂਟਰ ਨੂੰ ਸਥਾਪਿਤ ਹੁਣ ਕੀਤਾ ਗਿਆ, ਉਦਘਾਟਨ ਇਹਦਾ ਕੀਤਾ ਗਿਆ ਗਾ। ਦੇਖੋ ਇਹਦਾ ਮਕਸਦ ਕੀ ਹੋਏਗਾ? ਮਕਸਦ ਇਹਦਾ ਇਹ ਹੈ ਵੀ ਲੋਕਾਂ ਪ੍ਰਤੀ ਜਿਹੜਾ ਵੀ ਜੰਗਲੀ ਜੀਵ ਨੇ, ਜੰਗਲ ਪ੍ਰਤੀ, ਠੀਕ ਹੈ, ਪ੍ਰੇਮ ਭਾਵ ਜਿਹੜਾ ਵਧਾਇਆ ਜਾ ਸਕੇ, ਠੀਕ ਹੈ ਨਾ। ਸੋ ਉਹਨਾਂ ਨੂੰ ਬਚਾਉਣ ਪ੍ਰਤੀ ਲੋਕ ਜਾਗਰੂਕ ਹੋਣ, ਤਾਂ ਕਰਕੇ ਕਿ ਇੱਕ ਫੋਰੈਸਟ ਮੈਡੀਸਨ ਸੈਂਟਰ ਇੱਥੇ ਬਣਾਇਆ ਗਿਆ ਉੱਤਰਾਖੰਡ ਦੇ ਕਾਲੀਕੇ ਦੇ ਵਿੱਚ, ਠੀਕ ਹੈ ਨਾ। ਬਾਕੀ ਦੇਖੋ ਉੱਤਰਾਖੰਡ ਬਾਰੇ ਤਾਂ ਆਪਾਂ ਹੁਣ ਪਹਿਲੇ ਕੁਐਸਚਨ ਵਿੱਚ ਹੀ ਗੱਲ ਕਰਕੇ ਹਟੇ, ਕਿਉਂਕਿ ਉੱਤਰਾਖੰਡ ਦੇ ਸੀਐਮ ਤ੍ਰਿਵਿੰਦਰ ਸਿੰਘ ਰਾਵਤ ਨੇ ਹੁਣ ਅਸਤੀਫਾ ਦਿੱਤਾ ਗਾ। ਸੋ ਉੱਤਰਾਖੰਡ ਸਟੇਟ ਬਾਰੇ ਆਪਾਂ ਗੱਲਬਾਤ ਕਰ ਚੁੱਕੇ ਹਾਂਗੇ। ਸੋ ਹੁਣ ਗੱਲ ਕਰਦੇ ਹਾਂ ਆਪਾਂ ਨੈਕਸਟ ਕੁਐਸਚਨ ਬਾਰੇ। ਵਿਚ ਸਟੇਟ ਗਵਰਨਮੈਂਟ ਹੈਜ਼ ਡਿਕਲੇਅਰ ਦੀ ਈਅਰ 2021 ਐਜ਼ ਦੀ ਈਅਰ ਆਫ ਐਜੂਕੇਸ਼ਨ। ਦੇਖੋ ਜੀ, ਕਹਿੰਦੇ ਕਿਹੜੇ ਰਾਜ ਸਰਕਾਰ ਨੇ ਸਾਲ 2021 ਨੂੰ ਸਿੱਖਿਆ ਦਾ ਸਾਲ ਐਲਾਨਿਆ ਹੈ? ਦੇਖੋ ਜੀ, ਜਿਹੜਾ ਇਹ ਹੁਣ ਐਲਾਨ ਕੀਤਾ ਗਾ, ਇਹ ਕੀਤਾ ਜੀ ਅਰੁਣਾਚਲ ਪ੍ਰਦੇਸ਼ ਦੇ ਦੁਆਰਾ। ਸੋ ਆਪਸ਼ਨ ਨੰਬਰ ਏ ਇੱਥੇ ਆਪਣਾ ਰਾਈਟ ਆਨਸਰ ਹੋ ਜਾਏਗਾ। ਅਰੁਣਾਚਲ ਪ੍ਰਦੇਸ਼ ਸਰਕਾਰ ਨੇ ਕਿਹਾ ਵੀ ਜਿਹੜਾ ਹੁਣ ਸਾਲ 2021 ਰਹਿਣ ਵਾਲਾ ਗਾ, ਅਸੀਂ ਇਸ ਦੇ ਵਿੱਚ ਸਿੱਖਿਆ ਦੇ ਵਿੱਚ ਬੜੇ ਕੰਮ ਕਰਨੇ ਨੇ ਹੁਣ, ਤਾਂ ਕਰਕੇ ਇਹਨੂੰ ਸਿੱਖਿਆ ਦਾ ਸਾਲ ਈਅਰ ਆਫ ਐਜੂਕੇਸ਼ਨ ਐਲਾਨ ਕੀਤਾ ਇਹਨਾਂ ਨੇ। ਔਰ ਕਿਹਾ ਗਿਆ ਵੀ ਅਸੀਂ 1000 ਕਰੋੜ ਰੁਪਇਆ ਪੂਰਾ ਸਿੱਖਿਆ ਦੇ ਖੇਤਰ ਵਿੱਚ ਖਰਚਾਂਗੇ, ਜਿਹਦੇ ਨਾਲ ਕਿ ਸਿੱਖਿਆ ਨੂੰ ਪੂਰੇ ਤਰੀਕੇ ਨਾਲ ਡਿਜੀਟਲਕਰਨ ਕੀਤਾ ਜਾਏਗਾ, ਜਿੰਨੇ ਵੀ ਸਕੂਲ ਕਾਲਜ ਦੇ ਇੱਥੇ ਹੈਗੇ ਨੇ ਸਾਰਿਆਂ ਦਾ, ਠੀਕ ਹੈ ਨਾ। ਔਰ ਸਿੱਧੀ ਜੀ ਗੱਲ ਹੈ, ਬਸ ਸਿੱਖਿਆ ਦੇ ਖੇਤਰ ਵਿੱਚ ਹੁਣ ਕੰਮ ਕਰਨਗੇ, ਔਰ ਤਾਂ ਕਰਕੇ ਇਹਨਾਂ ਨੇ ਈਅਰ ਆਫ ਐਜੂਕੇਸ਼ਨ ਐਲਾਨ ਕੀਤਾ ਗਾ, ਸਾਲ 2021 ਨੂੰ ਕਿਹਾ ਗਾ। ਔਰ ਕਿਹੜੀ ਸਟੇਟ ਨੇ ਕਿਹਾ ਆਪਣੀ, ਤਾਂ ਇਹੀ ਇੰਪੋਰਟੈਂਟ ਹੈ ਜੀ। ਸੋ ਆਪਸ਼ਨ ਨੰਬਰ ਏ ਦਾ ਇਹ ਬਾਰੇ ਯਾਦ ਰੱਖਣਾ, ਅਰੁਣਾਚਲ ਪ੍ਰਦੇਸ਼ ਦੁਆਰਾ ਇਸ ਨੂੰ ਕਿਹਾ ਗਿਆ ਗਾ। ਬਾਕੀ ਦੇਖੋ ਗੱਲ ਅਰੁਣਾਚਲ ਪ੍ਰਦੇਸ਼ ਦੀ ਆਈ ਆ ਤਾਂ ਕਦੇ ਆਪਾਂ ਨੇ ਇਹਦੇ ਬਾਰੇ ਗੱਲ ਕੀਤੀ ਨਹੀਂ, ਤਾਂ ਇਹਦੇ ਬਾਰੇ ਦੇਖਦੇ ਹਾਂਗੇ। ਅਰੁਣਾਚਲ ਪ੍ਰਦੇਸ਼ ਦੀ ਕੈਪੀਟਲ ਹੈਗੀ ਹੈ ਜੀ ਈਟਾਨਗਰ, ਔਰ ਇੱਥੋਂ ਦੇ ਸੀਐਮ ਹੈਗੇ ਨੇ ਜੀ ਆਪਣੇ ਪੇਮਾ ਖਾਂਡੂ ਸਾਹਿਬ, ਔਰ ਗਵਰਨਰ ਦੀ ਗੱਲ ਕਰੀਏ ਤਾਂ ਬੀ.ਡੀ. ਮਿਸ਼ਰਾ ਹੈਗੇ, ਠੀਕ ਹੈ ਨਾ। ਤਾਂ ਇਹਨਾਂ ਬਾਰੇ ਯਾਦ ਰੱਖਣਾ। ਬਾਕੀ ਦੇਖੋ ਅਰੁਣਾਚਲ ਪ੍ਰਦੇਸ਼ ਬਾਰੇ ਇੱਕ ਫੈਕਟ ਹਮੇਸ਼ਾ ਯਾਦ ਰੱਖਿਓ, ਇੰਪੋਰਟੈਂਟ ਹੈਗਾ। ਹਾਲ ਹੀ ਦੇ ਵਿੱਚ ਰੀਸੈਂਟਲੀ ਆਪਣੇ ਭਾਰਤ ਵਿੱਚ ਪਹਿਲੀ ਵਾਰ ਵੈਨੇਡੀਅਰ ਦੇ ਇੱਕ ਭੰਡਾਰ ਮਿਲੇ ਨੇ, ਔਰ ਜਿਹੜੇ ਕਿ ਅਰੁਣਾਚਲ ਪ੍ਰਦੇਸ਼ ਵਿੱਚ ਮਿਲੇ ਨੇਗੇ, ਠੀਕ ਹੈ ਨਾ। ਤਾਂ ਇਹ ਯਾਦ ਰੱਖਣਾ, ਵੈਨੇਡੀਅਰ ਦੇ ਪਹਿਲੀ ਵਾਰ ਭਾਰਤ ਵਿੱਚ ਭੰਡਾਰ ਕਿੱਥੇ ਪਾਏ ਗਏ ਨੇ? ਹੁਣ ਅਰੁਣਾਚਲ ਪ੍ਰਦੇਸ਼ ਵਿੱਚ ਪਾਏ ਗਏ ਨੇ। ਇਸੇ ਤਰੀਕੇ ਨਾਲ ਮਿਲਦਾ ਜੁਲਦਾ ਕਿ ਤੁਹਾਨੂੰ ਮੈਂ ਕੁਐਸਚਨ ਹੋਰ ਦੱਸਦਾ, ਆਪਣੇ ਭਾਰਤ ਵਿੱਚ ਪਹਿਲੀ ਵਾਰ ਹੁਣ ਲੀਥੀਅਮ ਦੇ ਭੰਡਾਰ ਵੀ ਮਿਲੇ ਨੇ, ਔਰ ਜਿਹੜੇ ਲੀਥੀਅਮ ਦੇ ਭੰਡਾਰ ਮਿਲੇ ਨੇ ਜੀ ਇਹ ਕਰਨਾਟਕਾ ਸਟੇਟ ਵਿੱਚ ਮਿਲੇ ਨੇ, ਠੀਕ ਹੈ ਨਾ। ਕਰਨਾਟਕਾ ਦੇ ਮਾਂਡੀਆ ਜ਼ਿਲ੍ਹਾ ਗਾ ਉੱਥੇ ਮਿਲੇ ਨੇਗੇ। ਤਾਂ ਇਹ ਫੈਕਟ ਹਮੇਸ਼ਾ ਯਾਦ ਰੱਖਿਓ ਇਹਦੇ ਬਾਰੇ। ਬਾਕੀ ਇੱਕ ਆਪਣੇ ਨਵੀਂ ਨਾ ਇੱਕ ਕਿਰਲੀ, ਜਿਹਨੂੰ ਤੁਸੀਂ ਛਿਪਕਲੀ ਕਹਿ ਸਕਦੇ ਹੋਗੇ, ਉਹਦੀ ਇੱਕ ਪ੍ਰਜਾਤੀ ਪਾਈ ਗਈ ਆ, ਔਰ ਉਸ ਪ੍ਰਜਾਤੀ ਦਾ ਨਾਮ ਅਰੁਣਾਚਲ ਪ੍ਰਦੇਸ਼ ਸਟੇਟ ਦੇ ਨਾਮ 'ਤੇ ਰੱਖਿਆ ਗਿਆ ਗਾ। ਉਹਦਾ ਨਾਮ ਯਾਦ ਰੱਖ ਸਕਦੇ ਹੋ, ਸਰੀਟੋਡੈਕਟਾਈਲਸ ਅਰੁਣਾਚਲੈਸਿਸ, ਠੀਕ ਹੈ ਨਾ। ਉਸ ਛਿਪਕਲੀ ਦਾ ਨਾਮ ਰੱਖਿਆ ਗਿਆ ਗਾ, ਨਵੀਂ ਪ੍ਰਜਾਤੀ ਖੋਜੀ ਇਹਨਾਂ ਨੇ। ਬਾਕੀ ਇਸ ਤੋਂ ਇਲਾਵਾ ਦੇਖੋ ਇੱਕ ਫੈਕਟ ਹੋਰ ਯਾਦ ਰੱਖਣਾ, ਇੱਕ ਰਿਪੋਰਟ ਜਾਰੀ ਹੋਈ ਸੀ ਹਾਲ ਹੀ ਦੇ ਵਿੱਚ, ਜਿਓਲੋਜੀਕਲ ਸਰਵੇ ਆਫ ਇੰਡੀਆ ਦੀ ਰਿਪੋਰਟ ਸੀਗੀ ਉਹ, ਔਰ ਉਹਦੇ ਦੁਆਰਾ ਇਹੀ ਕਿਹਾ ਗਿਆ ਸੀ ਵੀ ਆਪਣੇ ਭਾਰਤ ਦਾ 35% ਜਿਹੜਾ ਇੱਕ ਗ੍ਰੇਫਾਈਟ ਹੈਗਾ, ਗ੍ਰੇਫਾਈਟ ਹੈ ਜਿਹੜਾ ਆਪਾਂ ਨੂੰ ਅਰੁਣਾਚਲ ਪ੍ਰਦੇਸ਼ ਤੋਂ ਮਿਲਦਾ ਗਾ। ਹਾਲ ਹੀ ਦੀ ਇੱਕ ਰਿਪੋਰਟ ਹੈ ਇਹ ਯਾਦ ਰੱਖ ਸਕਦੇ ਹੋਗੇ, ਠੀਕ ਹੈ ਨਾ। ਤਾਂ ਇੰਨੇ ਫੈਕਟ ਇਹਦੇ ਨਾਲ ਰਿਲੇਟਡ ਯਾਦ ਰੱਖਿਓ, ਜਿਹਦੇ ਕਰਕੇ ਅਰੁਣਾਚਲ ਪ੍ਰਦੇਸ਼ ਨਿਊਜ਼ ਵਿੱਚ ਚੱਲ ਰਿਹਾ ਸੀਗਾ, ਠੀਕ ਹੈ ਨਾ। ਸੋ ਗੱਲ ਕਰਦੇ ਹਾਂ ਜੀ ਹੁਣ ਆਪਾਂ ਨੈਕਸਟ ਕੁਐਸਚਨ ਬਾਰੇ। ਵੇਅਰ ਇਜ਼ ਇੰਡੀਆਜ਼ ਫਸਟ ਟਰਾਂਸਜੈਂਡਰ ਕਮਿਊਨਿਟੀ ਡੈਸਕ ਓਪਨਡ? ਦੇਖੋ ਜੀ, ਨੇ ਕਿੱਥੇ ਭਾਰਤ ਦਾ ਪਹਿਲਾ ਟਰਾਂਸਜੈਂਡਰ ਕਮਿਊਨਿਟੀ ਡੈਸਕ ਖੁੱਲ੍ਹਾ ਹੈ? ਦੇਖੋ ਜੀ, ਇਸ ਤਰੀਕੇ ਦਾ ਇੱਕ ਡੈਸਕ ਖੋਲ੍ਹਿਆ ਗਿਆ ਗਾ ਤੇਲੰਗਾਨਾ ਸਟੇਟ ਵਿੱਚ। ਅਗਰ ਆਪਾਂ ਇਸ ਹੈਲਪ ਡੈਸਕ ਬਾਰੇ ਗੱਲ ਕਰੀਏ, ਬੇਸਿਕਲੀ ਜਿਹੜਾ ਇਹ ਹੈਲਪ ਡੈਸਕ ਹੈ ਨਾ, ਇਹ ਤੁਹਾਨੂੰ ਪਤਾ ਲੱਗ ਹੀ ਗਿਆ ਨਾਮ ਤੋਂ। ਦੇਖੋ ਟਰਾਂਸਜੈਂਡਰ ਕਮਿਊਨਿਟੀ ਵਾਸਤੇ ਅਗਰ ਸੁਸਾਇਟੀ ਵਿੱਚ ਉਹਨਾਂ ਨੂੰ ਕੋਈ ਵੀ ਪਰੇਸ਼ਾਨ ਕਰਦਾ ਗਾ, ਅਗਰ ਉਹਨਾਂ ਨੂੰ ਕਿਸੇ ਵੀ ਤਰੀਕੇ ਦਾ ਕਿਸੇ ਦੁਆਰਾ ਕੁਝ ਵੀ ਕਿਹਾ ਜਾਂਦਾ ਗਾ, ਤਾਂ ਆਪਣੀ ਸਿੰਪਲੀ ਉਹ ਰਿਪੋਰਟ ਇਸ ਹੈਲਪ ਡੈਸਕ 'ਤੇ ਲਿਖਾ ਸਕਦੇ ਨੇਗੇ, ਠੀਕ ਹੈ ਨਾ। ਦੇਖੋ ਗੱਲ ਕੀ ਹੈ ਨਾ, ਤੇਲੰਗਾਨਾ ਦਾ ਜਿਹੜੀ ਕੈਪੀਟਲ ਹੈ ਹੈਦਰਾਬਾਦ, ਹੈਦਰਾਬਾਦ ਇੱਕ ਪੁਲਿਸ ਸਟੇਸ਼ਨ ਹੈਗਾ ਗੱਚੀ ਬੋਬਲੀ, ਠੀਕ ਹੈ ਨਾ। ਗੱਚੀ ਬੋਬਲੀ ਪੁਲਿਸ ਸਟੇਸ਼ਨ ਦੇ ਵਿੱਚ ਉੱਥੋਂ ਦੀ ਸਾਈਬਰਾ ਪੁਲਿਸ ਦੇ ਦੁਆਰਾ, ਠੀਕ ਹੈ ਨਾ, ਇਸ ਟਰਾਂਸਜੈਂਡਰ ਕਮਿਊਨਿਟੀ ਡੈਸਕ ਨੂੰ ਖੋਲ੍ਹਿਆ ਗਿਆ ਗਾ, ਠੀਕ ਹੈ ਨਾ। ਇਹਦੇ ਬਾਰੇ ਤੁਸੀਂ ਯਾਦ ਰੱਖਣਾ। ਔਰ ਕੰਮ ਇਹਦਾ ਇਹੀ ਹੈ ਵੀ ਟਰਾਂਸਜੈਂਡਰ ਕਮਿਊਨਿਟੀ ਨੂੰ ਅਗਰ ਕਿਸੇ ਵੀ ਤਰੀਕੇ ਦੀ ਸਮੱਸਿਆ ਹੈਗੀ ਆ, ਤਾਂ ਉਹਨਾਂ ਵਾਸਤੇ ਇੱਕ ਹੈਲਪ ਡੈਸਕ ਹੈਗਾ, ਆਪਣੀ ਸਮੱਸਿਆ ਇੱਥੇ ਦਰਜ ਕਰਾ ਸਕਦੇ ਨੇ ਇਸ ਗੱਚੀ ਬੋਬਲੀ ਪੁਲਿਸ ਸਟੇਸ਼ਨ ਦੇ ਵਿੱਚ ਉਹ। ਤਾਂ ਇਹ ਕੁਐਸਚਨ ਤਾਂ ਇੰਪੋਰਟੈਂਟ ਹੈ ਜੀ, ਕਿਉਂਕਿ ਆਪਣੇ ਭਾਰਤ ਵਿੱਚ ਪਹਿਲੀ ਵਾਰ ਅਜਿਹਾ ਇੱਕ ਹੈਲਪ ਡੈਸਕ ਖੋਲ੍ਹਿਆ ਗਿਆ ਗਾ ਟਰਾਂਸਜੈਂਡਰ ਵਾਸਤੇ, ਠੀਕ ਹੈ ਨਾ। ਤਾਂ ਸੁਣਨੇ ਯਾਦ ਰੱਖਣਾ।
बाकी देखो ट्रांसजेंडर तो ਤੁਹਾਨੂੰ ਇੱਕ ਫੈਕਟ ਯਾਦ ਹੋਣਾ ਚਾਹੀਦਾ ਕਿ ਆਪਣੇ ਪਿਛਲੀ ਕਲਾਸ ਵਿੱਚ ਪੜ੍ਹਿਆ ਸੀਗਾ। ਬੰਗਲਾਦੇਸ਼ ਕੰਟਰੀ ਦੇ ਵਿੱਚ ਪਹਿਲੀ ਵਾਰ ਕਿਸੇ ਟਰਾਂਸਜੈਂਡਰ ਨੂੰ ਨਿਊਜ਼ ਪ੍ਰੈਜ਼ੈਂਟਿੰਗ ਵਾਸਤੇ ਸਿਲੈਕਟ ਕੀਤਾ ਗਿਆ ਸੀ ਔਰ ਉਹਨਾਂ ਦਾ ਨਾਮ ਕੀ ਸੀ ਭਲਾ? ਤਾਂ ਯਾਦ ਰੱਖਣਾ ਤਸ਼ਰੂਬਾ ਆਨੰਦ ਸ਼ਾਸ਼ੀਰ ਉਹਨਾਂ ਦਾ ਨਾਮ ਸੀਗਾ, ਠੀਕ ਹੈ ਨਾ। ਤਾਂ ਤੁਸੀਂ ਇਹਨਾਂ ਦਾ ਨਾਮ ਵੀ ਯਾਦ ਰੱਖ ਸਕਦੇ ਹੋ, ਇਹ ਵੀ ਇੰਪੋਰਟੈਂਟ ਹੈ ਕੁਐਸਚਨ ਦਾ। ਬਾਕੀ ਦੇਖੋ ਤੇਲੰਗਾਨਾ ਸਟੇਟ ਦੀ ਵੀ ਗੱਲ ਆਈ ਹੈ ਤਾਂ ਤੇਲੰਗਾਨਾ ਬਾਰੇ ਵੀ ਆਪਾਂ ਗੱਲਬਾਤ ਕਰਾਂਗੇ। ਤੇਲੰਗਾਨਾ ਦੀ ਕੈਪੀਟਲ ਹੈਗੀ ਹੈ ਜੀ ਇੱਥੇ ਹੈਦਰਾਬਾਦ। हैदराबाद बारे कई फैक्ट ਤੁਹਾਨੂੰ याद रखने पैणगे। पहला तो अज वाला ही हो गया क्योंकि इतने ट्रांसजेंडर कम्युनिटी डेस्क खोलिया गा। और इस तो इलावा जो हैदराबाद का मैट्रो नैटवर्क है ना, अपने भारत का सैकेंड लारजैसट मैट्रो नैटवर्क बनया सी हुण रीसेंटली। पहले नंबर पर हैगा दिल्ली का मैट्रो नैटवर्क सब तो बड़ा अपने भारत में। और इस तो इलावा जी हैदराबाद में याद रखना अपने दुनिया का सब तो बड़ा मैਡੀਟੇਸ਼ਨ एक सेंटर खोलिया गया गा, वो हैदराबाद में खोलिया गया गा। और इसी तरीके ना हैदराबाद का ही एक ना चिड़ियाघर हैगा और जिहदा नाम है नेहरू जूलॉजिकल पार्क, उसनूं ISO सर्टिफिकेट हुण दिता गया सी। इस तरीके का सर्टिफिकेट प्राप्त करने वाला अपने देश का पहला चिड़ियाघर यह जू बनया सीगा, ठीक है ना। तो हैदराबाद नाल ये याद रखना। और एक फैक्ट अपने होर पढ़िया सी रीसेंटली, अगर तुहाडे याद होवे जी, हैदराबाद सिटी नूं दी ट्री सिटी ऑफ वर्ल्ड वजों की आ एक घोषित किया गया सीगा। तो ये भी तुसीं नाल हैदराबाद नाल रिलेटेड याद रखना। बाकी देखो तेलंगाना की कैपिट अपने CM हैगे ने जी इत्थों के के चंद्रशेखर राव साहब। और इत्थों के गवर्नर बारे याद रखना जी डॉक्टर तमिलसाई सौंदरराजन नेगे। इन्हां दा नाम इंपोर्टेंट है क्योंकि डॉक्टर तमिलसाई सौंदरराजन नूं ही हुण सरकार दे दुबारा रीसेंटली पुडुचेरी यूटी दे भी एडिशनल तौर पर लैफ्टीनेंट गवर्नर का अपना की अहुदा दिता गया गा। क्योंकि देखो पुडुचेरी की पहला लैफ्टीनेंट गवर्नर से किरण बेदी, किरण बेदी नूं इत्थों सरकार ने हटा दिता और उन्होंने थां ते डॉक्टर तमिलसाई सौंदरराजन नूं एडिशनल तौर पर चार्ज दे दिता पुडुचेरी यूटी का, ठीक है ना। तो ये फैक्ट भी तुसीं याद रखना ये बारे। बाकी देखो अगर आप तेलंगाना की गल करिए, इत्थों की चीफ जस्टिस पहली बार कोई महिला बनी है और जिन्हों का नाम हैगा हीमा कोहली, ठीक है ना। तो हीमा कोहली का नाम भी याद रखियो। और इन्ने फैक्ट जी तुसीं इहदे नाल रिलेटेड याद रखने तेलंगाना नाल रिलेटेड। सो गल करते हैं आप नैक्सट क्वेश्चन बारे। हू वाज अवार्डेड दी लाइफ टाइम अचीवमेंट अवार्ड बाय द आर्मी इंस्टीट्यूट ऑफ टैक्नोलॉजी। देखो जी कहते किस नूं आर्मी इंस्टीट्यूट ऑफ टैक्नोलॉजी के वल्लों लाइफ टाइम अचीवमेंट अवार्ड के नाल हुण सन्मानित किया गया गा। देखो जिन्हों नाम है डॉक्टर रमन गंगखेड़कर साहब, ठीक है ना। सो डॉक्टर रमन गंगखेड़कर का नाम जरूर याद रखना जी। इन्हों ही मिलेगा दी लाइफ टाइम अचीवमेंट अवार्ड जोड़ा कि इन्होंने दिता गया द आर्मी इंस्टीट्यूट ऑफ टैक्नोलॉजी के वलों। बाकी देखो अपन ये भी पता होना चाहिए भी जो डॉक्टर रमन गंगखेड़कर ने हैगे कौन ने भला और इन्होंने अवार्ड क्यों मिले। अवार्ड इन्हों तां मिला क्योंकि कोविड-19 के दौरान इन्हों का बड़ा अहम योगदान रहा सीगा, ठीक है ना। सो तां करके इन्हों दिता गया लाइफ टाइम अचीवमेंट अवार्ड। और ये हैगे कौन ने, तो इन्हों बारे गल करिए तो यह इंडियन काउंसिल ऑफ मैडिकल रिसर्च दे विच एपीडेमियोलॉजी और कम्युनिकेबल डिसीज़ के हैड साइंटिस्ट हैगे नेगे। और इन्हों का नाम याद रखना डॉक्टर रमन गंगखेड़कर। वैसे साल 2020 के विच इन्हों पद्मश्री भी मिल चुकिया गा। सो इन्हों नाम इंपोर्टेंट अपने आप तो याद जरूर रखना। बाकी देखो इस तो इलावा उधर ऑप्शन जिमें ऑप्शन नंबर डी तो शुरू करिए तो डॉक्टर राजिंदर सिंह भंडारी बारे। तो इन्हों बारे याद रखना इन्होंने रीसेंटली सुभाष चंद्र बोस आपदा प्रबंधन अवार्ड दिता गया सीगा। और डॉक्टर अमित केसरवानी बारे याद रखना इन्होंने डॉक्टर APJ अब्दुल कलाम साइंटिस्ट अवार्ड दिता सी। और डॉक्टर शैला कैनी बारे याद रखना जिन्होंने नैशनल फ्लोरेंस नाइटिंगेल अवार्ड मिला सी 2020 का, ठीक है ना। तो इन्हों बारे भी याद रखना क्योंकि इन्होंने भी रीसेंटली जो अवार्ड मिले हुए हैं। बाकी डॉक्टर रमन गंगखेड़कर बारे याद रखियो लाइफ टाइम अचीवमेंट अवार्ड इन्होंने हुण मिलेगा। सो गल करते हैं नैक्सट क्वेश्चन बारे। विच स्टेट ऑफ इंडिया सैलीब्रेट्स दी गुड़ फैसटीवल। देखो जी कहते किहड़े राज सरकार ने गुड़ लई हुण एक मेला आयोजित किया है। देखो जी स्पैशली तौर पर अगर आप गल करिए तो गुड़ वास्ते उत्तर प्रदेश सरकार ने इस फैसटीवल नूं मनाया सीगा। उत्तर प्रदेश की कैपिटल है जी लखनऊ दे विच इस फैसटीवल नूं मनाया गया सी। और देखो गुड़ वास्ते जिहड़ा फैसटीवल सी तां स्पैशली इहदे विच गुड़ तो जिन्नियां भी चीज़ां तैयार होंदियां प्रोडक्ट तैयार होंदे ने तां उन्हां बारे लोकां नूं जानकारी दित्ती गई। और गुड़ दे इहदे विच की जिन्ने भी आपां नूं बैनीफिट हैगे ने लाभ ने उन्हां बारे लोकां नूं जागरूक किया गया सी स्पैशली।
ਤਾਂ ਇਸ ਤਰੀਕੇ ਦਾ ਮੇਲਾ ਇੱਕ ਮਨਾਇਆ ਗਿਆ ਆਪਣੇ ਪਹਿਲੀ ਵਾਰ, ਔਰ ਜਿਹੜਾ ਇਹ ਮਨਾਇਆ ਗਿਆ ਹੁਣ ਉੱਤਰ ਪ੍ਰਦੇਸ਼ ਸਟੇਟ ਵਿੱਚ ਕੀ ਆ ਮਨਾਇਆ ਗਿਆ ਗਾ, ਠੀਕ ਹੈ ਨਾ। ਤਾਂ ਇਹਦੇ ਬਾਰੇ ਸਿੰਪਲੀ ਇਹੀ ਯਾਦ ਰੱਖਣਾ ਆਪਾਂ ਨੇ। ਬਾਕੀ ਦੇਖੋ ਉੱਤਰ ਪ੍ਰਦੇਸ਼ ਦੀ ਕੈਪੀਟਲ ਤਾਂ ਲਖਨਊ ਹੀ ਹੈ, ਜਿੱਥੇ ਉਹਨੇ ਫੈਸਟੀਵਲ ਮਨਾਇਆ ਗਿਆ, ਔਰ ਲਖਨਊ ਨੂੰ ਨਵਾਬਾਂ ਦਾ ਸ਼ਹਿਰ ਵੀ ਕਹਿੰਦੇ ਨੇਗੇ, ਠੀਕ ਹੈ ਨਾ। ਔਰ ਇਸ ਤੋਂ ਇਲਾਵਾ ਉੱਤਰ ਪ੍ਰਦੇਸ਼ CM ਹੈਗੇ ਨੇ ਜੀ ਯੋਗੀ ਆਦਿੱਤਿਆਨਾਥ, ਔਰ ਗਵਰਨਰ ਇੱਥੇ ਆਨੰਦੀਬੇਨ ਪਟੇਲ। ਆਨੰਦੀਬੇਨ ਪਟੇਲ ਐਡੀਸ਼ਨਲ ਤੌਰ 'ਤੇ ਮੱਧ ਪ੍ਰਦੇਸ਼ ਦੇ ਵੀ ਗਵਰਨਰ, ਇਹ ਵੀ ਯਾਦ ਰੱਖਣਾ ਪਏਗਾ। ਬਾਕੀ ਉੱਤਰ ਪ੍ਰਦੇਸ਼ ਬਾਰੇ ਗੱਲ ਕਰੀਏ ਤਾਂ ਆਪਾਂ ਨੇ ਪੜ੍ਹਿਆ ਸੀ ਰੀਸੈਂਟਲੀ, ਇੱਥੋਂ ਦਾ ਇੱਕ ਏਅਰਪੋਰਟ ਹੈ ਜੀ ਕੁਸ਼ੀਨਗਰ ਏਅਰਪੋਰਟ, ਇਸ ਨੂੰ ਹੁਣ ਅੰਤਰਰਾਸ਼ਟਰੀ ਏਅਰਪੋਰਟ ਦਾ ਕੀ ਹੈ ਦਰਜਾ ਦੇ ਦਿੱਤਾ ਗਿਆ ਗਾ, ਅਤੇ ਯਾਦ ਰੱਖਣਾ। ਬਾਕੀ ਜਿਹੜੇ ਆਪਣੇ ਹੁਣ ਬਜਟ ਹੈ ਸਟੇਟ ਬਜਟ ਹੁੰਦੇ ਨੇ, ਉਹਨਾਂ ਦੇ ਵਿੱਚ ਪਹਿਲੀ ਵਾਰ ਪੇਪਰਲੈਸ ਜਿਹੜਾ ਬਜਟ ਪੇਸ਼ ਕੀਤਾ ਸੀ ਉੱਤਰ ਪ੍ਰਦੇਸ਼ ਸਰਕਾਰ ਦੇ ਦੁਆਰਾ ਹੀ ਹੁਣ ਕੀਤਾ ਗਿਆ ਸੀਗਾ, ਇਹ ਯਾਦ ਰੱਖਣਾ ਚਾਹੁੰਦੇ। ਬਾਕੀ ਇਸ ਤੋਂ ਇਲਾਵਾ ਜੀ ਜਿਹੜਾ ਹੁਣ ਆਪਣਾ ਗਣਤੰਤਰ ਦਿਵਸ ਹੈ, ਉਸ ਦੇ ਉੱਤੇ ਵੀ ਸਭ ਤੋਂ ਵਧੀਆ ਜਿਹੜੀ ਝਾਂਕੀ ਸੀਗੀ ਉੱਤਰ ਪ੍ਰਦੇਸ਼ ਸਰਕਾਰ ਦੀ ਹੀ ਰਹੀ ਸੀਗੀ, ਉੱਤਰ ਪ੍ਰਦੇਸ਼ ਦੀ ਹੀ ਰਹੀ ਸੀਗੀ, ਜਿਹਦੇ ਵਿੱਚ ਕਿ ਰਾਮ ਮੰਦਿਰ ਦੀ ਜਿਹੜੀ ਇੱਕ ਝਾਂਕੀ ਦਿਖਾਈ ਗਈ ਸੀ ਬੇਸਿਕਲੀ, ਉਹਦੇ ਬਾਰੇ ਯਾਦ ਰੱਖ ਸਕਦੇ ਹੋ। ਉੱਤਰ ਪ੍ਰਦੇਸ਼ ਦੀ ਇੱਕ ਯੋਜਨਾ ਸੀ ਕਾਫੀ ਚਰਚਾ 'ਚ ਰਹੀ ਹੈ ਹੁਣ, ਔਰ ਜਿਹਦਾ ਨਾਮ ਸੀ ਆਬਿਓਦੇਈ ਯੋਜਨਾ। ਆਬਿਓਦੇਈ ਯੋਜਨਾ ਯਾਦ ਰੱਖਣਾ ਉੱਤਰ ਪ੍ਰਦੇਸ਼ ਸਰਕਾਰ ਦੀ ਹੈ, ਜਿਹਦੇ ਵਿੱਚ ਕਿ ਜਿੰਨੇ ਵੀ ਇੱਥੋਂ ਦੇ ਸਟੂਡੈਂਟ ਨੇ ਉਹਨਾਂ ਨੂੰ ਫ੍ਰੀ ਬਿਲਕੁਲ ਕੰਪੀਟੀਟਿਵ ਐਗਜ਼ਾਮ ਦੀ ਜਿਹੜੀ ਕੋਚਿੰਗ ਦਿੱਤੀ ਜਾ ਰਹੀ ਹੈਗੀ ਇਸ ਯੋਜਨਾ ਦੇ ਤਹਿਤ, ਠੀਕ ਹੈ ਨਾ। ਤਾਂ ਇਹ ਸੁਣਨੇ ਯਾਦ ਰੱਖਣਾ ਉੱਤਰ ਪ੍ਰਦੇਸ਼ ਨਾਲ ਰਿਲੇਟਡ। ਸੋ ਗੱਲ ਕਰਦੇ ਹਾਂ ਜੀ ਨੈਕਸਟ ਕੁਐਸਚਨ ਬਾਰੇ। PM ਨਰਿੰਦਰ ਮੋਦੀ ਟੂ ਇਨੋਗ੍ਰੇਟ ਮੈਤਰੀ ਸੇਤੂ ਬਿਟਵੀਨ ਇੰਡੀਆ ਐਂਡ ਵਿਚ ਕੰਟਰੀ। ਦੇਖੋ ਜੀ ਕਹਿੰਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਹੁਣ ਭਾਰਤ ਅਤੇ ਕਿਹੜੇ ਦੇਸ਼ ਦੇ ਦਰਮਿਆਨ ਇੱਕ ਮੈਤਰੀ ਸੇਤੂ ਦਾ ਉਦਘਾਟਨ ਕੀਤਾ ਗਾ। ਦੇਖੋ ਜੀ ਮੈਤਰੀ ਸੇਤੂ, ਮੈਤਰੀ ਮੀਨਿੰਗ ਹੁੰਦਾ ਗਾ ਦੋਸਤ, ਮਿੱਤਰ, ਫਰੈਂਡ, ਠੀਕ ਹੈ, ਔਰ ਸੇਤੂ ਮੀਨਸ ਹੁੰਦਾ ਗਾ ਪੁਲ, ਠੀਕ ਹੈ ਨਾ, ਬ੍ਰਿਜ। ਤਾਂ ਤੁਸੀਂ ਕਹਿ ਸਕਦੇ ਹੋ ਇੱਕ ਫਰੈਂਡਸ਼ਿਪ ਬ੍ਰਿਜ ਹੈਗਾ ਇਹ, ਔਰ ਇਹਦਾ ਨਾਮ ਇਹਨਾਂ ਨੇ ਰੱਖਿਆ ਗਿਆ ਮੈਤਰੀ ਸੇਤੂ। ਇਹ ਹੁਣ ਜਿਹੜਾ ਉਦਘਾਟਨ ਇਹਦਾ ਕੀਤਾ ਗਿਆ ਜਿਹੜਾ, ਤਾਂ ਇਹ ਕੀਤਾ ਗਿਆ ਭਾਰਤ ਅਤੇ ਬੰਗਲਾਦੇਸ਼ ਦੇ ਵਿਚਕਾਰ ਜਿਹੜਾ ਇਹ ਪੁਲ ਹੁਣ ਨਿਰਮਾਣ ਕੀਤਾ ਗਿਆ ਹੈਗਾ, ਠੀਕ ਹੈ ਨਾ। ਤਾਂ ਇਹਦੇ ਬਾਰੇ ਤੁਹਾਨੂੰ ਜ਼ਰੂਰ ਯਾਦ ਰੱਖਣਾ। ਦੇਖੋ ਅਗਰ ਆਪਾਂ ਇਸ ਪੁਲ ਬਾਰੇ ਗੱਲ ਕਰੀਏ ਮੈਤਰੀ ਸੇਤੂ ਬਾਰੇ, ਤਾਂ ਬੰਗਲਾਦੇਸ਼ ਦਾ ਜਿਹੜਾ ਇਲਾਕਾ ਗਾ ਰਾਮਗੜ੍ਹ ਇਲਾਕੇ ਤੋਂ ਲੈ ਕੇ ਜਿਹੜਾ ਇਹ ਪੁਲ ਹੈਗਾ ਭਾਰਤ ਦੇ ਸਬਰੂਮ ਨਾਂ ਦੇ ਇਲਾਕੇ ਤੱਕ ਆ। ਸਬਰੂਮ ਨਾਂ ਦਾ ਇਲਾਕਾ ਤ੍ਰਿਪੁਰਾ ਸਟੇਟ ਵਿੱਚ ਹੈ, ਠੀਕ ਹੈ ਨਾ। ਸੋ ਤੁਸੀਂ ਕਹਿ ਸਕਦੇ ਹੋ ਤ੍ਰਿਪੁਰਾ ਸਟੇਟ ਤੋਂ ਜਿਹੜਾ ਇੱਕ ਇਲਾਕਾ ਗਾ ਸਬਰੂਮ, ਉਸ ਤੋਂ ਲੈ ਕੇ ਰਾਮਗੜ੍ਹ ਜਿਹੜਾ ਕਿ ਬੰਗਲਾਦੇਸ਼ ਹੈ, ਇਸ ਇਲਾਕੇ ਦੇ ਵਿਚਕਾਰ ਕੇ ਪੁਲ ਨੂੰ ਬਣਾਇਆ ਗਿਆ ਗਾ, ਜਿਹਦਾ ਨਾਂ ਗਾ ਮੈਤਰੀ ਸੇਤੂ। ਅੱਛਾ, ਜਿਹੜਾ ਪੁਲ ਬਣਾਇਆ ਕਿਸੇ ਨਾ ਕਿਸੇ ਨਦੀ ਦੇ ਉੱਤੇ ਦਾ ਬਣਾਇਆ ਹੋਊਗਾ, ਤਾਂ ਇਹ ਨਦੀ ਦਾ ਨਾਮ ਵੀ ਜ਼ਰੂਰ ਯਾਦ ਰੱਖਣਾ ਪਏਗਾ, ਫੇਨੀ ਨਦੀ ਦੇ ਉੱਤੇ ਬਣਾਇਆ ਗਾ, ਠੀਕ ਹੈ ਨਾ, ਫੇਨੀ ਰਿਵਰ ਦੇ ਉੱਤੇ ਯਾਦ ਰੱਖਣਾ। ਬਾਕੀ ਇਹਦੀ ਟੋਟਲ ਲੈਂਥ ਹੈ ਪੁਲ ਦੀ 1.9 ਕਿਲੋਮੀਟਰ ਲੈਂਥ ਹੈ। ਕਿਹਾ ਗਿਆ ਸਰਕਾਰ ਨੇ ਵੀ 133 ਕਰੋੜ ਦੀ ਲਾਗਤ ਦੇ ਨਾਲ ਇਹ ਪੁਲ ਨੂੰ ਅਸੀਂ ਬਣਾਇਆ ਗਾ। ਤਾਂ ਬਾਕੀ ਤੁਹਾਨੂੰ ਸਿੱਧਾ ਇਹੀ ਯਾਦ ਰੱਖਣਾ ਜੀ ਮੈਤਰੀ ਸੇਤੂ ਭਾਰਤ ਅਤੇ ਕਿਹੜੇ ਕੰਟਰੀ ਦੇ ਵਿਚਕਾਰ ਜਿਹੜਾ ਇਹ ਪੁਲ ਦਾ ਹੁਣ ਨਿਰਮਾਣ ਕੀਤਾ ਗਿਆ ਗਾ। ਤਾਂ ਯਾਦ ਰੱਖਣਾ ਬੰਗਲਾਦੇਸ਼ ਵਿੱਚ। ਤਾਂ ਬੰਗਲਾਦੇਸ਼ ਬਾਰੇ ਗੱਲ ਕਰੀਏ ਤਾਂ ਕੈਪੀਟਲ ਇੱਥੇ ਜੀ ਢਾਕਾ ਗੀ, ਠੀਕ ਹੈ ਨਾ, ਢਾਕਾ ਬਾਰੇ ਯਾਦ ਰੱਖਣਾ। ਔਰ ਇੱਥੇ ਨਾ ਇੱਕ ਬਿਮਸਟਿਕ ਦਾ ਵੀ ਹੈੱਡਕੁਆਟਰ ਹੈ, ਯਾਦ ਰੱਖ ਸਕਦੇ ਹੋ। ਔਰ ਇੱਥੋਂ ਦੇ PM ਹੈਗੇ ਨੇ ਜੀ ਸ਼ੇਖ ਹਸੀਨਾ, ਔਰ ਰਾਸ਼ਟਰਪਤੀ ਦੀ ਗੱਲ ਕਰੀਏ ਤਾਂ ਅਬਦੁਲ ਹਾਮਿਦ ਇੱਥੇ ਰਾਸ਼ਟਰਪਤੀ ਨੇ ਬੰਗਲਾਦੇਸ਼ ਦੇ। ਤਾਂ ਇਸ ਨੂੰ ਜ਼ਰੂਰ ਯਾਦ ਰੱਖਣਾ। ਸੋ ਅੱਜ ਦੀਆਂ ਜਿਹੜੀਆਂ ਕਰੰਟ ਅਫੇਅਰ ਨਿਊਜ਼ ਸੀ ਜੀ ਇੱਥੋਂ ਤੱਕ ਹੀ ਸੀਗੀਆਂ, ਸਾਰੀਆਂ ਆਪਾਂ ਨੇ ਗੱਲਬਾਤ ਕਰ ਲਈ ਹੈਗੀ। ਔਰ ਇਸ ਤੋਂ ਇਲਾਵਾ ਹੁਣ ਗੱਲ ਕਰਦੇ ਹਾਂ ਤੁਹਾਡੇ ਲਈ ਪ੍ਰਸ਼ਨ ਹੈ ਜਿਹੜਾ, ਇਹਦਾ ਰਾਈਟ ਆਨਸਰ ਸਭ ਨੇ ਜ਼ਰੂਰ ਦੱਸਣਾ ਜੀ ਕਮੈਂਟ ਬਾਕਸ ਦੇ ਵਿੱਚ। ਅਗਰ ਦੋਸਤੋ ਕਲਾਸ ਵਧੀਆ ਲੱਗੀ ਤਾਂ ਕਲਾਸ ਨੂੰ ਲਾਈਕ ਐਂਡ ਸ਼ੇਅਰ ਕਰਨਾ ਨਾ ਭੁੱਲਣਾ, ਠੀਕ ਹੈ ਨਾ। ਤਾਂ ਤੁਹਾਡੇ ਲਈ ਪ੍ਰਸ਼ਨ ਹੈ ਜੀ, ਵਿਚ ਰੇਲਵੇ ਜ਼ੋਨ ਹੈਜ਼ ਲਾਂਚਡ ਮੋਬਾਈਲ ਟ੍ਰੇਨ ਰੇਡੀਓ ਕਮਿਊਨੀਕੇਟ ਸਿਸਟਮ। ਕਹਿੰਦੇ ਜੀ ਕਿਹੜੇ ਰੇਲਵੇ ਜ਼ੋਨ ਨੇ ਮੋਬਾਈਲ ਟ੍ਰੇਨ ਰੇਡੀਓ ਕਮਿਊਨੀਕੇਟ ਸਿਸਟਮ ਨੂੰ ਹੁਣ ਸ਼ੁਰੂ ਕੀਤਾ ਗਾ। ਤਾਂ ਕਿਹੜੇ ਜ਼ੋਨ ਨੇ ਕੀਤਾ ਗਾ ਇਹ ਜ਼ਰੂਰ ਦੱਸਣਾ। ਅਗਰ ਇੰਡੀਅਨ ਰੇਲਵੇ ਬਾਰੇ ਕੋਈ ਫੈਕਟ ਪਤਾ ਨਹੀਂ ਤੁਹਾਨੂੰ ਤਾਂ ਉਹ ਵੀ ਤੁਸੀਂ ਜ਼ਰੂਰ ਕਮੈਂਟ ਬਾਕਸ ਦੇ ਵਿੱਚ ਦੱਸ ਸਕਦੇ ਹੋ, ਤਾਂ ਕਿ ਜਿਹੜੇ ਦੂਜੇ ਸਟੂਡੈਂਟ ਨੇ ਤੁਹਾਡੇ ਕਮੈਂਟ ਪੜ੍ਹ ਸਕਣ, ਠੀਕ ਹੈ ਨਾ। ਤਾਂ ਤੁਸੀਂ ਜ਼ਰੂਰ ਲਿਖਣਾ ਸਭ ਨੇ। ਬਾਕੀ ਦੋਸਤੋ ਅਗਰ ਤੁਹਾਨੂੰ ਕਲਾਸ ਵਧੀਆ ਲੱਗੀ ਤਾਂ ਇਹਨੂੰ ਲਾਈਕ ਐਂਡ ਸ਼ੇਅਰ ਕਰਨਾ ਨਾ ਭੁੱਲਣਾ। ਔਰ ਅਗਰ ਤੁਹਾਨੂੰ ਸਟੱਡੀ ਨਾਲ ਰਿਲੇਟਡ ਕੋਈ ਵੀ ਸਮੱਸਿਆ ਆ ਰਹੀ ਆ, ਕੋਈ ਵੀ ਸਟੱਡੀ ਮਟੀਰੀਅਲ ਨਾਲ ਰਿਲੇਟਡ, ਤਾਂ ਤੁਸੀਂ ਸਾਡੇ ਨੀਚੇ ਇਸ ਦਿਖ ਰਿਹਾ ਜਿਹੜਾ ਨੰਬਰ ਹੈਗਾ ਇਹਦੇ ਉੱਤੇ ਕਦ ਮਰਜ਼ੀ ਕਾਲ ਕਰ ਸਕਦੇ ਸਾਨੂੰ, ਠੀਕ ਹੈ ਨਾ। ਸੋ ਓਕੇ ਜੀ, ਧੰਨਵਾਦ, ਟੇਕ ਕੇਅਰ।